ਸਤਿ ਸ਼੍ਰੀ ਅਕਾਲ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਮੈਂ ਹਾਂ ਧਰਮਿੰਦਰ ਸੰਧੂ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ। ਹਾਕੀ ਖਿਡਾਰੀ ਪਦਮ ਸ਼੍ਰੀ ਬਲਵੀਰ ਸਿੰਘ ਸੀਨੀਅਰ ਦਾ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ ਅੰਤਿਮ ਸੰਸਕਾਰ। ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਹੋਇਆ ਸੀ ਦੇਹਾਂਤ। ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਸਣੇ ਵੱਖ-ਵੱਖ ਸਿਆਸੀ ਆਗੂਆਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ। ਸਰਕਾਰ ਵੱਲੋਂ ਘਰੇਲੂ ਹਵਾਈ ਉਡਾਨਾਂ ਦੀ ਸ਼ੁਰੂਆਤ। ਅੰਮ੍ਰਿਤਸਰ ਏਅਰਪੋਰਟ ਤੋਂ ਪਟਨਾ ਲਈ ਫਲਾਈਟ ਹੋਈ ਰਵਾਨਾ। ਲਾਕਡਾਊਨ ਕਾਰਨ ਪੰਜਾਬ 'ਚ ਫਸੇ ਮੁਸਾਫਰਾਂ ਨੇ ਕੀਤਾ ਖੁਸ਼ੀ ਦਾ ਇਜ਼ਹਾਰ। ਦੁਨੀਆ ਭਰ 'ਚ ਉਤਸ਼ਾਹ ਦੇ ਨਾਲ ਮਨਾਇਆ ਗਿਆ ਈਦ ਉਲ ਫਿਤਰ ਦਾ ਤਿਉਹਾਰ। ਮੁਸਲਿਮ ਭਾਈਚਾਰੇ ਨੇ ਇੱਕ ਦੂਜੇ ਨੂੰ ਦਿੱਤੀ ਵਧਾਈ। ਕਰੋਨਾ ਦੇ ਕਾਰਨ ਮੁਸਲਿਮ ਭਾਈਚਾਰੇ ਨੇ ਘਰਾਂ 'ਚ ਹੀ ਨਮਾਜ਼ ਕੀਤੀ ਅਦਾ। ਤੇ ਹੁਣ ਖਬਰਾਂ ਵਿਸਤਾਰ ਨਾਲ। ਪ੍ਰਸਿੱਧ ਹਾਕੀ ਖਿਡਾਰੀ ਪਦਮ ਸ਼੍ਰੀ ਬਲਵੀਰ ਸਿੰਘ ਸੀਨੀਅਰ ਇਸ ਦੁਨੀਆ 'ਚ ਨਹੀਂ ਰਹੇ। ਸਰਕਾਰੀ ਸਨਮਾਨਾਂ ਦੇ ਨਾਲ ਬਲਵੀਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਤੇ ਪੁਲਿਸ ਵੱਲੋਂ ਬਲਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਸਲਾਮੀ ਦਿੱਤੀ ਗਈ। ਬਲਵੀਰ ਸਿੰਘ ਦਾ ਜਨਮ 31 ਦਸੰਬਰ 1923 ਨੂੰ ਹਰੀਪੁਰ ਖਾਲਸਾ ਪਿੰਡ 'ਚ ਹੋਇਆ ਸੀ। ਬਲਵੀਰ ਸਿੰਘ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਸਨ, ਜਿੱਥੇ 97 ਸਾਲ ਦੀ ਉਮਰ 'ਚ ਉਹਨਾਂ ਨੇ ਆਖਰੀ ਸਾਹ ਲਏ। ਹਾਕੀ ਖਿਡਾਰੀ ਬਲਵੀਰ ਸਿੰਘ ਸੀਨੀਅਰ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਦੁੱਖ ਜ਼ਾਹਿਰ ਕੀਤਾ ਹੈ। ਜ਼ਿਕਰਯੋਗ ਹੈ ਕਿ ਬਲਵੀਰ ਸਿੰਘ ਸੀਨੀਅਰ ਉਸ ਭਾਰਤੀ ਹਾਕੀ ਟੀਮ ਦਾ ਹਿੱਸਾ ਰਹੇ ਜਿਸ ਨੇ ਲਗਾਤਾਰ 3 ਵਾਰ ਸੋਨ ਤਮਗਾ ਭਾਰਤ ਦੀ ਝੋਲੀ ਪਾਇਆ। 1948 'ਚ ਲੰਡਨ, 1952 'ਚ ਹੈਲਸਿੰਕੀ ਅਤੇ 1956 'ਚ ਮੈਲਬੌਰਨ ਓਲੰਪਿਕ ਖੇਡਾਂ 'ਚ ਭਾਰਤ ਨੂੰ ਜਿੱਤ ਦਿਵਾਈ। ਮੈਲਬੌਰਨ ਓਲੰਪਿਕ 'ਚ ਬਲਵੀਰ ਸਿੰਘ ਨੇ ਭਾਰਤੀ ਟੀਮ ਦੇ ਕਪਤਾਨ ਵਜੋਂ ਹਿੱਸਾ ਲਿਆ। ਦੱਸ ਦਈਏ ਕਿ ਬਲਵੀਰ ਸਿੰਘ ਦੇ ਨਾਮ ਓਲੰਪਿਕ ਖੇਡਾਂ 'ਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਦਰਜ ਹੈ, ਜਿਸ ਨੂੰ ਅੱਜ ਤੱਕ ਕੋਈ ਨਹੀਂ ਤੋੜ ਸਕਿਆ। ਬਲਵੀਰ ਸਿੰਘ ਨੇ 1952 'ਚ ਹੋਈਆਂ ਓਲੰਪਿਕ ਖੇਡਾਂ 'ਚ ਨੀਦਰਲੈਂਡ ਦੇ ਵਿਰੁੱਧ 5 ਗੋਲ ਕਰਦਿਆਂ ਇਹ ਰਿਕਾਰਡ ਕਾਇਮ ਕੀਤਾ ਸੀ। ਪੰਜਾਬ ਸਰਕਾਰ ਵੱਲੋਂ ਬਲਵੀਰ ਸਿੰਘ ਸੀਨੀਅਰ ਨੂੰ ਮਹਾਰਾਜਾ ਰਣਜੀਤ ਸਿੰਘ ਸਨਮਾਨ ਨਾਲ ਨਵਾਜਿਆ ਗਿਆ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਹਾਕੀ ਖਿਡਾਰੀ ਬਲਵੀਰ ਸਿੰਘ ਸੀਨੀਅਰ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ 3 ਵਾਰ ਓਲੰਪਿਕ ਖੇਡਾਂ ਵਿੱਚ ਹਿੰਦੁਸਤਾਨ ਨੂੰ ਜਿੱਤ ਪ੍ਰਾਪਤ ਕਰਕੇ ਦਿੱਤੀ ਹੈ। ਮੇਰੇ ਨਾਲ ਬੜੇ ਲੰਬੇ ਸਮੇਂ ਤੋਂ ਉਹਨਾਂ ਦਾ ਤਾਲੁਕ ਸੀ ਔਰ ਉਹਨਾਂ ਦਾ ਚਲੇ ਜਾਣੇ ਦਾ ਜਿਹੜਾ ਦੁੱਖ ਹੈ ਉਹ ਅਕਾਹ ਹੈ ਅਤੇ ਐਸਾ ਹੈ, ਨਾ ਬਿਆਨ ਕੀਤਾ ਜਾ ਸਕਦਾ ਹੈ, ਨਾ ਸਹਾਰਿਆ ਜਾ ਸਕਦਾ ਹੈ। ਇਹ ਇੱਕ ਬਹੁਤ ਵੱਡਾ ਦੁੱਖ ਸਾਰੇ ਦੇਸ਼ ਨੂੰ ਹੋਇਆ ਔਰ ਮੈਂ ਇਹੀ ਅਰਦਾਸ ਕਰਦਾ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਔਰ ਪਰਿਵਾਰ ਨੂੰ ਇਹ ਭਾਣਾ ਮੰਨਣ ਦੀ ਤਾਕਤ। ਹਾਕੀ ਖਿਡਾਰੀ ਅਤੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਪ੍ਰਸਿੱਧ ਹਾਕੀ ਖਿਡਾਰੀ ਪਦਮ ਸ਼੍ਰੀ ਬਲਵੀਰ ਸਿੰਘ ਸੀਨੀਅਰ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਲਵੀਰ ਸਿੰਘ ਦੇ ਜਾਣ ਨਾਲ ਹਾਕੀ ਅਤੇ ਖੇਡ ਜਗਤ ਦੇ ਨਾਲ ਹੀ ਇਨਸਾਨੀਅਤ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਰਦਾਰ ਬਲਬੀਰ ਸਿੰਘ ਜੀ ਦੇ ਜਿਹੜਾ ਵਿਛੋੜੇ ਦਾ ਜਿੱਥੇ ਹਾਕੀ ਜਗਤ ਨੂੰ ਔਰ ਖੇਡ ਜਗਤ ਨੂੰ ਘਾਟਾ ਪਿਆ, ਉੱਥੇ ਇਨਸਾਨੀਅਤ ਨੂੰ ਵੀ ਬਹੁਤ ਵੱਡਾ ਘਾਟਾ ਪਿਆ, ਕਿਉਂਕਿ ਬਹੁਤ ਠਹਿਰਾਵ ਵਾਲੇ, ਬਹੁਤ ਸਹਿਜ ਸੁਭਾਅ ਵਾਲੇ ਔਰ ਇਹੋ ਜਿਹੀਆਂ ਸ਼ਖਸੀਅਤਾਂ ਜਿਨ੍ਹਾਂ ਤੋਂ ਯੰਗਸਟਰਸ ਨੂੰ ਪੂਰੀ ਮੋਟੀਵੇਸ਼ਨ ਮਿਲਦੀ ਆ। ਔਰ ਸਾਡੀ ਤਾਂ ਪਰਮਾਤਮਾ ਦੇ ਚਰਨਾਂ 'ਚ ਹੀ ਅਰਦਾਸ ਬੇਨਤੀ ਆ ਕਿ ਇਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ ਅਤੇ ਸਾਨੂੰ ਸਾਰਿਆਂ ਨੂੰ ਸਮੁੱਚੀ ਇਨਸਾਨੀਅਤ ਨੂੰ, ਸਪੋਰਟਸ ਫੈਟਰਨਿਟੀ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਤਾਲਾਬੰਦੀ 'ਚ ਦਿੱਤੀ ਗਈ ਢਿੱਲ ਦੇ ਦੌਰਾਨ ਦਿੱਲੀ ਦੇ ਹਾਲਾਤ ਕਾਬੂ 'ਚ ਨੇ। ਕੇਜਰੀਵਾਲ ਨੇ ਦਿੱਲੀ 'ਚ ਕਰੋਨਾ ਪੋਜ਼ਿਟਿਵ ਮਰੀਜ਼ਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਦਿੱਲੀ 'ਚ 13,418 ਮਰੀਜ਼ ਨੇ ਅਤੇ ਜਿਨ੍ਹਾਂ ਵਿੱਚੋਂ 6,540 ਮਰੀਜ਼ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਨੇ, ਜਦਕਿ 6,617 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਦਿੱਲੀ 'ਚ ਕਰੋਨਾ ਨਾਲ ਹੁਣ ਤੱਕ 261 ਲੋਕਾਂ ਦੀ ਮੌਤ ਹੋਈ ਹੈ। लॉकडाउन 17 तारीख को लॉकडाउन में काफ़ी ढील दी गई थी। 1 हफ्ता हो गया। आज 1 हफ्ते के बाद मैं ये कह सकता हूँ कि स्थिति नियंत्रण में है और कोई भी घबराने वाली बात नहीं है। जब लॉकडाउन में ढील दी गई थी, हमें ये उम्मीद थी कि थोड़े से केसेस में बढ़ोतरी होगी। लॉकडाउन में ढील देने के बाद थोड़ी बढ़ोतरी हुई है, लेकिन चिंता की कोई बात नहीं है। मुझे चिंता तब होगी जब 2 बातें अगर होंगी। एक तो ये कि अगर मौत
का आंकड़ा बहुत तेज़ी से अगर बढ़ने लगेगा, जैसा मैं बार बार कहता रहा कि हमें कोरोना अभी कोई आज या कल में जाने वाला नहीं है, कोरोना तो रहेगा। अब अगर कोरोना होता रहे और लोग ठीक हो के अपने घर जाते रहें तो चिंता करने का कोई विषय नहीं है। तो एक तो ये कि मौत नहीं होनी चाहिए ज़्यादा, मौत के आंकड़े को हम कोशिश करके सबको बचा सकें, सब मौत के आंकड़े को कम से कम रख सकें। और दूसरा ये कि जो केसेस हो रहे हैं वो इतने गंभीर केस ना हों कि हमारा अस्पतालों का पूरा सिस्टम बैठ जाए, कोलैप्स कर जाए। अगर हमारे अस्पताल इतने मरीज आने लग गए, इतने मरीज आने लग गए कि हमारा अस्पताल बैठ जाएंगे, हमारे मान लीजिए बेड्स नहीं मिलेंगे, वेंटिलेटर नहीं मिलेंगे, ऑक्सीजन नहीं मिलेगी, अगर ऐसी स्थिति हो जाएगी तब चिंता का विषय होगा। कल तक दिल्ली में 13,418 केस थे टोटल, अभी तक पॉजिटिव केस 13,418 आए। इनमें से 6,540 ठीक हो गए और 6,617 अभी बीमार हैं। तो लगभग जितने ठीक हुए उतने ही बीमार हैं, लगभग 6,500 ठीक हो गए, 6,500 अभी बीमार हैं मोटा मोटा। ਜਲੰਧਰ 'ਚ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਸੂਬੇ 'ਚ ਵਿਕ ਰਹੀ ਨਜਾਇਜ਼ ਸ਼ਰਾਬ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਖਹਿਰਾ ਨੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਨਜਾਇਜ਼ ਸ਼ਰਾਬ ਕਾਰੋਬਾਰੀਆਂ ਨਾਲ ਸੰਬੰਧ ਹੋਣ ਦਾ ਇਲਜ਼ਾਮ ਲਗਾਇਆ। ਖਹਿਰਾ ਦਾ ਕਹਿਣਾ ਕਿ ਵੱਡੇ ਸਿਆਸੀ ਆਗੂਆਂ ਦੀ ਸ਼ਹਿ ਤੇ ਇਹ ਨਜਾਇਜ਼ ਕੰਮ ਚੱਲਦੇ ਨੇ। ਅੱਜ ਮੈਂ ਜਿਹੜੇ ਕਾਂਗਰਸ ਦਾ ਇੱਕ ਟੈਂਟਡ ਮਿਨਿਸਟਰ ਜਿਹੜਾ ਜਿਹਦੇ ਤੇ ਪਹਿਲਾਂ ਆਲਰੇਡੀ ਮਾਈਨਿੰਗ ਮਾਫੀਆ ਦੇ ਦੋਸ਼ ਲੱਗ ਚੁੱਕੇ ਨੇ, ਜਿਸ ਨੂੰ ਗੈਰ ਕਾਨੂੰਨੀ ਮਾਈਨਿੰਗ ਵਿੱਚ ਦੋਸ਼ੀ ਪਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਕੈਬਨਿਟ ਚੋਂ ਕੱਢਣਾ ਪਿਆ, ਉਸ ਦੀਆਂ ਦੋ ਇੰਪੋਰਟੈਂਟ ਤਸਵੀਰਾਂ ਯਾਨੀ ਕਿ ਕਨੈਕਸ਼ਨਸ ਲਿਕਰ ਮਾਫੀਆ ਦੇ ਨਾਲ ਤੇ ਡਰੱਗ ਮਾਫੀਆ ਦੇ ਨਾਲ ਤੁਹਾਡੇ ਦਰਮਿਆਨ ਰੱਖਣਾ ਚਾਹੁੰਦਾ ਵਾਂ। ਆ ਰਾਣਾ ਗੁਰਜੀਤ ਸਿੰਘ ਦੀ ਜਿਹੜੀ ਫੋਟੋ ਤੁਸੀਂ ਦੇਖੋਗੇ ਗੌਰ ਨਾਲ, ਇਹਦੇ ਵਿੱਚ ਜਿਹੜਾ ਬਾਹੋਪੁਰ ਖੰਨੇ ਦੀ ਗੈਰ ਕਾਨੂੰਨੀ ਡਿਸਟਿਲਰੀ ਜਿਹੜਾ ਵਿਅਕਤੀ ਚਲਾਉਂਦਾ ਸੀਗਾ ਕੁਲਵਿੰਦਰ ਸਿੰਘ ਕੱਦੋਂ, ਇਹ ਰਾਣਾ ਗੁਰਜੀਤ ਸਿੰਘ, ਉਸ ਦੇ ਨਾਲ ਉਹਦੀ ਸ਼ਮੂਲੀਅਤ, ਤੁਲਕਾਤ, ਲਿੰਕ। ਵੈਸੇ ਵੀ ਤੁਸੀਂ ਸਾਰਿਆਂ ਨੇ ਦੇਖਿਆ ਕਿ ਉੱਥੇ ਰਾਜਪੁਰਾ ਔਰ ਪਟਿਆਲਾ ਤੇ ਖੰਨਾ ਦੇ ਵਿੱਚ ਜਿਹੜੀਆਂ ਗੈਰ ਕਾਨੂੰਨੀ ਸ਼ਰਾਬ ਦੀਆਂ ਫੈਕਟਰੀਆਂ ਪਿਛਲੇ ਦਿਨਾਂ ਵਿੱਚ ਮੋਹਰੇ ਆਈਆਂ, ਉਹਦੇ ਵਿੱਚ ਕਾਂਗਰਸ ਦੇ ਪੋਲੀਟੀਕਲ ਲੋਕਾਂ ਦੀ ਸ਼ਹਿ ਤੋਂ ਬਗੈਰ ਜਾਂ ਉਹਨਾਂ ਦੀ ਸਰਪ੍ਰਸਤੀ ਦੇ ਨਾਲ ਚੱਲ ਰਹੀਆਂ ਸੀ। ਔਰ ਦੂਸਰੀ ਤਸਵੀਰ ਜਿਹੜੀ ਆ ਉਹ ਬੂਟਾ ਪਿੰਡ ਹੈ। ਤੁਸੀਂ ਸਾਰਿਆਂ ਨੇ ਮੇਰੇ ਖਿਆਲ ਜਲੰਧਰ ਮੀਡੀਆ ਨੇ ਕਈ ਵਾਰ ਬੂਟਾ ਪਿੰਡ ਜਿਹੜਾ ਵੈਸੇ ਆਮ ਮਿਹਨਤਕਸ਼ ਲੋਕਾਂ ਦਾ ਪਿੰਡ ਹੈ, ਗਰੀਬਾਂ ਦਾ ਪਿੰਡ ਗਿਣਿਆ ਗਿਆ ਸੀਗਾ, ਪਰ ਉੱਥੇ ਕਈ ਪ੍ਰਿੰਟ ਮੀਡੀਆ ਨੇ, ਇਲੈਕਟ੍ਰੋਨਿਕ ਮੀਡੀਆ ਨੇ ਸਟੋਰੀਜ਼ ਕੀਤੀਆਂ ਕਿ ਬੂਟਾਂ ਦੇ ਵਿੱਚ 2-2, 3-3 ਕਰੋੜ ਰੁਪਏ ਦੇ ਆਲੀਸ਼ਾਨ ਬੰਗਲੇ ਖੜੇ ਹੋਏ। ਆ ਜਿਹੜਾ ਰਾਣੇ ਗੁਰਜੀਤ ਦੇ ਨਾਲ ਐਨਸਰਕਲਡ ਫੋਟੋ ਆ, ਇਹਦਾ ਨਾਮ ਹੈ ਓਂਕਾਰ ਕਾਰੀ। ਇਹ ਬੂਟਾ ਪਿੰਡ ਦਾ ਮੈਂਬਰ ਪੰਚਾਇਤ ਰਹਿ ਚੁੱਕਾ ਵਾ, ਕਾਂਗਰਸ ਦਾ ਕੱਟੜ ਰਾਣੇ ਗੁਰਜੀਤ ਦਾ ਸਪੋਰਟਰ ਹੈ। ਇਸ ਫੋਟੋ ਵਿੱਚ ਹੋਰ ਵੀ ਬੂਟਾ ਪਿੰਡ ਦੇ ਲੋਕ ਖੜੇ ਨੇ। ਇਹ ਓਂਕਾਰ ਕਾਰੀ ਨੂੰ ਥੋੜੇ ਦਿਨ ਪਹਿਲਾਂ ਕਪੂਰਥਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਔਰ ਗ੍ਰਿਫਤਾਰ ਕੀਤਾ ਗਿਆ ਜਿਹੜਾ ਟਿਪ ਸੀਗਾ ਨਾ, ਟਿਪ ਆਫ ਹੋਈ ਆ, ਉਹ ਇੱਕ ਨੇਕਦੀਪ ਕੁਮਾਰ ਜਲੰਧਰ ਤੋਂ, ਨੇਕਦੀਪ ਕੁਮਾਰ ਏਲੀਅਸ ਸਨੀ, ਉਸ ਨੇ ਪਿਛਲੇ ਦਿਨਾਂ 'ਚ ਪੰਜਾਬ 'ਚ 400 ਕਿਲੋ ਚਿੱਟੇ ਦਾ ਵਪਾਰ ਪੰਜਾਬ ਦੇ ਵਿੱਚ ਕੀਤਾ। ਨੇਕਦੀਪ ਦਾ ਅਸਲ ਕਿੰਗਪਿਨ ਜਿਹੜਾ ਹੈ ਉਹ ਦੁਬਈ ਵਿੱਚ ਬੈਠਾ ਸੀ, ਪਰ ਆ ਜਿਹੜਾ ਓਂਕਾਰਕਾਰੀ ਕਪੂਰਥਲਾ ਪੁਲਿਸ ਨੇ ਅਰੈਸਟ ਕੀਤਾ, ਇਸ ਬੰਦੇ ਨੇ ਨੇਕਦੀਪ ਦੇ ਕੋਲੋਂ, ਨੇਕਦੀਪ ਕੁਮਾਰ ਦੇ ਕੋਲੋਂ 4 ਕਿਲੋ ਹੀਰੋਇਨ 2 ਖੇਪਾਂ ਵਿੱਚ ਖਰੀਦੀ ਤੇ ਕਪੂਰਥਲੇ ਵਿੱਚ ਹੀ ਵੰਡੀ। ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕੀ ਇਹ ਇਸ ਤਰ੍ਹਾਂ ਦਾ ਸਧਾਰਨ ਮੈਂਬਰ ਪੰਚਾਇਤ ਕਿਸੇ ਦੀ ਛਤਰ ਛਾਇਆ ਤੋਂ ਬਗੈਰ ਕੀ ਇਸ ਵੱਡੇ ਪੱਧਰ ਤੇ ਚਿੱਟਾ ਵੇਚ ਸਕਦਾ ਵਾ? ਔਰ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਕਿ ਅਗਰ ਕੋਈ ਇੰਪਾਰਸ਼ਲ ਜਾਂਚ ਹੋਵੇਗੀ ਤੇ ਰਾਣਾ ਗੁਰਜੀਤ ਦੇ ਤਾਲੁਕਾਤ ਇਸ ਚਿੱਟਿਆਂ ਦੇ ਵਪਾਰੀ ਨੇਕਦੀਪ ਕੁਮਾਰ ਤੋਂ ਲੈ ਕੇ ਦੁਬਈ ਤੱਕ ਜਾਣਗੇ ਸਿੱਧੇ। ਬਟਾਲਾ 'ਚ ਅਕਾਲੀ ਆਗੂ ਦੇ ਹੋਏ ਕਤਲ ਮਾਮਲੇ 'ਚ ਸੀਨੀਅਰ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਤੇ ਯੂਥ ਅਕਾਲੀ ਆਗੂ
ਰਵੀ ਕਰਨ ਸਿੰਘ ਕਾਲੋ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਘਟਨਾ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਬੀਤੇ ਦਿਨ ਬਟਾਲਾ ਦੇ ਨੇੜਲੇ ਪਿੰਡ ਸੈਦ ਮੁਬਾਰਕ 'ਚ ਇੱਕ ਵਕੀਲ ਵੱਲੋਂ 3 ਵਿਅਕਤੀਆਂ ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ ਚੱਲਦਿਆਂ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 2 ਗੰਭੀਰ ਜ਼ਖਮੀ ਹੋ ਗਏ ਸਨ। ਇਸ ਮਾਮਲੇ 'ਚ ਯੂਥ ਅਕਾਲੀ ਆਗੂ ਰਵੀ ਕਰਨ ਸਿੰਘ ਕਾਲੋ ਨੇ ਦੱਸਿਆ ਕਿ ਮੁਲਜ਼ਮ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਹੈ, ਜਦਕਿ ਮ੍ਰਿਤਕ ਮਨਜੋਤ ਸਿੰਘ ਅਕਾਲੀ ਵਰਕਰ ਹੈ। ਵਕੀਲ ਗੁਰਦੀਪ ਸਿੰਘ ਵੱਡੇ ਕਾਂਗਰਸੀ ਆਗੂ ਦੀ ਸ਼ਹਿ ਤੇ ਪਿੰਡ ਦੇ ਛੱਪੜ ਤੇ ਕਬਜ਼ਾ ਕਰਨਾ ਚਾਹੁੰਦਾ ਸੀ, ਜਿਸ ਨੂੰ ਰੋਕਣ ਤੇ ਮੁਲਜ਼ਮ ਨੇ ਮਨਜੋਤ ਸਿੰਘ ਸਣੇ 2 ਹੋਰ ਵਿਅਕਤੀਆਂ ਤੇ ਗੋਲੀ ਚਲਾ ਦਿੱਤੀ। ਸਾਡਾ ਹਲਕਾ ਫਤਿਹਗੜ੍ਹ ਚੂੜੀਆਂ, ਉਹਦਾ ਪਿੰਡ ਸੈਦ ਮੁਬਾਰਕ, ਕੁਲੀਆਂ ਚੱਕ ਖਾਸਾ ਸਦਰ ਥਾਣੇ ਦਾ ਪਿੰਡ ਆ। ਤੇ ਉੱਥੇ ਕੱਲ ਰਾਤੀ ਸਾਡਾ ਇੱਕ ਨੌਜਵਾਨ ਆਗੂ ਆ ਮਨਜੋਤ ਸਿੰਘ ਤੇ ਨਾਲ ਉਹਦੇ ਮੁੰਡਾ ਲਵਦੀਪ ਸਿੰਘ NRI ਆ, ਜਰਮਨ ਸਿਟੀਜ਼ਨ ਆ, ਤੇ ਨਾਲ ਇੱਕ ਅਰਸ਼ਪ੍ਰੀਤ ਸਿੰਘ ਆ। ਉਹਦਾ ਰਾਤੀ ਬੇਰਹਿਮੀ ਦੇ ਨਾਲ ਮਨਜੋਤ ਸਿੰਘ ਦਾ ਕਤਲ ਕਰ ਦਿੱਤਾ ਗਿਆ, ਸਿਰ 'ਚ ਗੋਲੀਆਂ ਮਾਰ ਕੇ। ਇੱਕ ਛਾਤੀ 'ਚ ਗੋਲੀ ਮਾਰੀ ਆ ਉਹਦੇ, ਜਿਹੜਾ ਲਵਦੀਪ ਆ ਉਹਦੇ ਮੋਢੇ 'ਚ ਗੋਲੀ ਮਾਰੀ ਆ, ਤੇ ਜਿਹੜਾ ਅਰਸ਼ਪ੍ਰੀਤ ਆ ਉਹਦੇ ਲੱਤ ਦੇ ਵਿੱਚ ਆ ਕੇ ਚੂੜੇ ਦੇ ਵਿੱਚ ਗੋਲੀ ਵੱਜੀ ਆ ਉਹਦੇ। ਇਹਦਾ ਸਾਰਾ ਕਾਰਨ ਜਿਹੜਾ ਵਾ ਜੀ, ਜੋ ਪੰਜਾਬ ਦੇ ਵਿੱਚ ਕਹਿ ਲਓ, ਸਾਡੇ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਕਹਿ ਲਓ, ਪੁਲਿਸ ਡਿਸਟ੍ਰਿਕਟ ਬਟਾਲਾ ਦੇ ਵਿੱਚ ਕਹਿ ਲਓ, ਜੋ ਪੁਲਿਸ ਤੇ ਕਾਂਗਰਸ ਨੇ ਗੁੰਡਾ ਰਾਜ ਫੈਲਾਇਆ ਹੋਇਆ, ਉਹਦਾ ਕਾਰਨ ਆ ਸਾਰਾ। ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ, ਮੇਰਾ ਖਿਆਲ ਹੈ ਕਿ 2-3 ਮਹੀਨੇ ਪਹਿਲੋਂ ਦਲਬੀਰ ਸਿੰਘ ਢਿਲਵਾਂ ਜਿਹੜਾ ਸਰਪੰਚ ਸੀ ਸ਼੍ਰੋਮਣੀ ਅਕਾਲੀ ਦਲ ਦਾ, ਉਹਦਾ ਵੀ ਕਾਂਗਰਸ ਵਰਕਰਾਂ ਨੇ ਬੇਰਹਿਮੀ ਦੇ ਨਾਲ ਕਤਲ ਕੀਤਾ ਸੀ। ਉਹਦੇ ਵਿੱਚ ਨਾਲ ਗੈਂਗਸਟਰ ਵੀ ਇਨਵੋਲਵ ਹੋਏ, ਜਿਹਦੇ ਵਿੱਚ ਪੁਲਿਸ ਨੇ ਲਿਆ ਕੇ ਉਹਨਾਂ ਨੂੰ ਬਾਅਦ ਦੇ ਵਿੱਚ ਦੋਸ਼ੀ ਬਣਾਇਆ ਗਿਆ ਵਾ ਉਸ ਮੁਕੱਦਮੇ ਦੇ ਵਿੱਚ। ਇਹਦੇ ਵਿੱਚ ਵੀ ਜਿਹੜਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਵਿੱਚ ਕਤਲ ਹੋਇਆ, ਇਹਦੇ ਵਿੱਚ ਵੀ ਕਾਂਗਰਸ ਦਾ ਸਿੱਧਾ ਹੱਥ ਆ। ਕਾਂਗਰਸ ਦੇ ਉਹ ਵਕੀਲ ਜਿਹੜਾ ਗੁਰਦੀਪ ਸਿੰਘ ਆ, ਉਹ ਕਾਂਗਰਸ ਦਾ ਸਰਗਰਮ ਵਰਕਰ ਆ। ਉਹਨੇ ਛੱਪੜ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਤੇ ਛੱਪੜ ਤੇ ਜਦੋਂ ਕਬਜ਼ਾ ਕਰਨ ਤੋਂ ਸਾਡੇ ਆ ਮੁੰਡਾ ਜਿਹੜਾ ਆਗੂ ਆ ਮਨਜੋਤ ਸਿੰਘ, ਤੇ ਸਾਰਿਆਂ ਨੇ, ਜਿੰਨੇ ਪਿੰਡ ਦੇ ਸਾਰੇ ਆਗੂ ਸਾਹਿਬਾਨ, ਇਹਨਾਂ ਨੇ ਜਾ ਕੇ ਇਹਨਾਂ ਨੂੰ ਬੇਨਤੀ ਵੀ ਕੀਤੀ ਤੇ ਰੋਕਿਆ ਵੀ ਇਹ ਨਾ ਕੰਮ ਕਰੋ ਇਹੋ ਜਿਹਾ ਕੰਮ, ਕਿਉਂਕਿ ਛੱਪੜ ਸਾਂਝਾ ਵਾ। ਪਰ ਕਿਉਂਕਿ ਪੰਚਾਇਤ ਮੰਤਰੀ ਸਰਦਾਰ ਤ੍ਰਿਪਰਜਿੰਦਰ ਸਿੰਘ ਬਾਜਵਾ ਨੇ, ਸਾਡੇ ਹਲਕੇ ਦੇ ਉਹ ਵਜ਼ੀਰ ਨੇ, ਤੇ ਪੰਜਾਬ ਦੇ ਵਿੱਚ 2 ਨੰਬਰ ਦਾ ਉਹਨਾਂ ਦਾ ਰੁਤਬਾ, ਉਹਨਾਂ ਦੀ ਸ਼ਹਿ ਪ੍ਰਾਪਤ ਸੀ ਉਹਨਾਂ ਨੂੰ, ਤੇ ਉਹਨਾਂ ਨੇ ਕਿਸੇ ਦੀ ਪਰਵਾਹ ਨਾ ਕਰਦਿਆਂ, ਦੇਖੋ ਤੁਸੀਂ, ਸ਼ਰੇਆਮ ਆਪਣੇ, ਪਤਾ ਨਹੀਂ ਵੈਪਨ ਉਹਦਾ ਆਪਣਾ ਸੀ ਕਿ ਉਹਦੇ ਭਰਾ ਦਾ ਸੀ ਕਿ ਕਿਸੇ ਫੈਮਿਲੀ ਮੈਂਬਰ ਦਾ ਸੀ, ਉਹ ਲਿਆ ਕੇ ਸ਼ਰੇਆਮ ਸਿਰ ਦੇ ਵਿੱਚ ਗੋਲੀ ਮਾਰੀ ਗਈ, ਤੇ ਬਾਕੀਆਂ ਨੂੰ ਵੀ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ, ਬਾਕੀ ਵਧੀ ਦੇ ਨਾਲ ਬਚ ਗਏ ਨੇ। ਦੂਜੇ ਪਾਸੇ ਸੀਨੀਅਰ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਇਸ ਮਾਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਇੱਕ ਬੜੇ ਅਫਸੋਸ ਦੀ ਗੱਲ ਹੈ ਕਿ ਬਟਾਲੇ ਦੇ ਆਸ-ਪਾਸ ਹੀ ਥੋੜ੍ਹੇ ਸਮੇਂ ਦੇ ਵਿੱਚ ਇਹ ਤੀਸਰਾ ਸਾਡਾ ਅਕਾਲੀ ਜਿਹੜਾ ਲੀਡਰ ਹੈ ਜਿਹਦਾ ਕਤਲ ਹੋਇਆ। ਪਹਿਲਾਂ ਸਰਪੰਚ ਸਰਦਾਰ ਦਲਬੀਰ ਸਿੰਘ ਢਿੱਲੋਂ ਸਾਹਿਬ ਦਾ ਹੋਇਆ, ਫਿਰ ਨਾਲ ਹੀ ਮਜੀਠਾ ਹਲਕੇ ਦੇ ਵਿੱਚ ਬਾਬਾ ਗੁਰਦੀਪ ਸਿੰਘ ਹੋਰਾਂ ਦਾ ਹੋਇਆ, ਔਰ ਅੱਜ ਸਰਦਾਰ ਮਨਜੋਤ ਸਿੰਘ ਕਤਲ ਕਰ ਦਿੱਤਾ ਗਿਆ, ਤੇ 2 ਦੇ ਸਾਥੀਆਂ ਲਵਦੀਪ ਸਿੰਘ ਤੇ ਅਰਸ਼ਦੀਪ ਸਿੰਘ ਦੋਨੇ ਗੋਲੀਆਂ ਲੱਗਣ ਕਰਕੇ ਜ਼ਖਮੀ ਹੋ ਗਏ ਜੀ। ਅਫਸੋਸ ਦੀ ਗੱਲ ਇਹ ਹੈ ਕਿ ਤਿੰਨਾਂ ਹੀ ਕਤਲਾਂ ਦੇ ਵਿੱਚ ਸਿਆਸੀ ਜਿਹੜਾ ਹੱਥ ਹੈ ਉਹ ਨਜ਼ਰ ਆਉਂਦਾ, ਔਰ ਪਹਿਲਾਂ ਵੀ ਬੜੀ ਵੱਡੀ ਮੁਸ਼ਕਲ ਆਈ, ਕਿਉਂਕਿ ਕਤਲ ਬਹੁਤ ਵੱਡਾ ਗੁਨਾਹ ਹੁੰਦਾ। ਅਕਸਰ ਇਹ ਹੁੰਦਾ ਕਿ ਕਿਤੇ ਵੀ ਕਤਲ ਹੋ ਜਾਏ, ਪੁਲਿਸ ਪ੍ਰੋਫੈਸ਼ਨਲੀ ਜਿਹੜੀ ਹੈ ਉਨੀ ਦੇਰ ਤੱਕ ਨਹੀਂ ਬੈਠਦੀ ਜਿੰਨੀ ਦੇਰ ਤੱਕ ਦੋਸ਼ੀ ਨਾ ਫੜੇ ਜਾਣ। ਪਰ ਇੱਥੇ ਖੁੱਲ੍ਹਾ ਸਮਾਂ ਜਿਹੜਾ ਪਹਿਲੇ ਕਤਲਾਂ ਵਿੱਚ ਵੀ ਅਸੀਂ ਦੇਖਿਆ, ਸਾਨੂੰ ਧਰਨੇ ਲਾਉਣੇ ਪਏ, ਪਾਰਟੀ ਦੇ ਪ੍ਰਧਾਨ ਸਾਹਿਬ ਨੂੰ ਵੀ ਆਪ ਜਾ ਕੇ ਬੈਠਣਾ ਪਿਆ, ਮਜੀਠਾ ਸਾਹਿਬ ਨੂੰ ਵੀ ਜਾ ਕੇ ਬੈਠਣਾ ਪਿਆ, ਫਿਰ ਜਾ ਕੇ ਦੋਸ਼ੀਆਂ ਦੀਆਂ ਗ੍ਰਿਫਤਾਰੀਆਂ ਹੋਈਆਂ, ਜਿਹਦੇ ਨਾਲ ਸਿਆਸੀ ਸਰਪ੍ਰਸਤੀ ਜਿਹੜੀ ਹੈ ਉਹ ਖੁੱਲ੍ਹ ਕੇ ਜ਼ਾਹਰ ਹੁੰਦੀ ਸੀ, ਅਫਸਰ ਵੀ ਬੇਵਸੀ ਜ਼ਾਹਰ ਕਰਦੇ ਸੀ। ਹੁਣ ਵੀ ਮੈਂ ਇਹੀ ਦੇਖ ਰਿਹਾ ਕਿ ਹੁਣ ਵੀ ਇਸ ਕੇਸ ਦੇ ਵਿੱਚ ਵੀ ਹਾਲੇ ਦੋਸ਼ੀ ਕੋਈ ਫੜਿਆ ਨਹੀਂ ਗਿਆ, ਕਿਉਂਕਿ ਕਤਲ ਹੋ ਜੇ, 2 ਜਵਾਨ ਬੰਦੇ ਇੰਜਰ ਹੋ ਜਾਣ, ਤੇ ਪੁਲਿਸ ਇਮੀਡੀਏਟਲੀ ਦੋਸ਼ੀਆਂ ਨੂੰ ਫੜ ਨਾ ਸਕੇ, ਉਨੀ ਦੇਰ 'ਚ ਸਬੂਤ ਜਿਹੜੇ ਆ ਕਾਫੀ ਗਾਇਬ ਹੋ ਜਾਂਦੇ ਆ। ਇਸ ਲਈ ਪੁਲਿਸ ਨੂੰ ਗੰਭੀਰਤਾ ਤੋਂ ਕੰਮ ਲੈਣਾ ਚਾਹੀਦਾ ਹੈ, ਕਿਉਂਕਿ ਇਸ ਤਰ੍ਹਾਂ ਦਾ ਕ੍ਰਾਈਮ ਜਿਹੜਾ
ਸਿਆਸੀ ਆਧਾਰ ਦੇ ਉੱਤੇ ਅਗਰ ਪਿੰਡਾਂ 'ਚ ਹੋਣ ਲੱਗ ਗਿਆ ਤੇ ਇਹ ਸਾਡੀ ਲਾਅ ਐਂਡ ਆਰਡਰ ਦੀ ਮੂੰਹ ਬੋਲਦੀ ਤਸਵੀਰ ਹੈ ਪੈਣਾ ਕਿ ਇਸ ਤਰੀਕੇ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕਿ ਸਾਡੇ ਜਿਹੜੇ ਨੌਜਵਾਨ ਲੀਡਰ ਹੈ ਉਹ ਇਸ ਤਰੀਕੇ ਗੋਲੀਆਂ ਦਾ ਸ਼ਿਕਾਰ ਹੋਣ। ਸੋ ਮੇਰੀ ਮੰਗ ਹੈ ਕਿ ਤੁਰੰਤ ਸਾਰੇ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਵੇ, ਉਹਨਾਂ ਤੇ ਸਖਤ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਸਾਰਿਆਂ ਤੇ ਕੀਤੀ ਜਾਵੇ। ਪੰਜਾਬ 'ਚ ਸਿਆਸੀ ਗੁੱਟਬੰਦੀ ਵੱਧਦੀ ਨਜ਼ਰ ਆ ਰਹੀ ਹੈ। ਬੀਤੇ ਦਿਨੀ ਵੀ ਅਕਾਲੀ ਆਗੂ ਦਲਬੀਰ ਸਿੰਘ ਢਿੱਲਵਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਲਜ਼ਾਮ ਕਾਂਗਰਸ ਤੇ ਲਗਾਏ ਜਾ ਰਹੇ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਅਤੇ ਪ੍ਰਸ਼ਾਸਨ ਇਸ ਮਾਮਲੇ 'ਚ ਕੀ ਕਾਰਵਾਈ ਕਰਦਾ ਹੈ। ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ, D5 ਚੈਨਲ ਪੰਜਾਬੀ। ਸਰਕਾਰ ਵੱਲੋਂ ਘਰੇਲੂ ਹਵਾਈ ਉਡਾਨਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਚੱਲਦਿਆਂ ਅੰਮ੍ਰਿਤਸਰ ਏਅਰਪੋਰਟ ਤੋਂ ਪਟਨਾ ਲਈ ਫਲਾਈਟ ਰਵਾਨਾ ਕੀਤੀ ਗਈ। ਪੇਸ਼ ਹੈ ਰਿਪੋਰਟ। ਕਰੋਨਾ ਦੇ ਸੰਕਟ ਦੇ ਚੱਲਦਿਆਂ ਸੜਕੀ ਅਤੇ ਰੇਲ ਆਵਾਜਾਈ ਦੇ ਨਾਲ ਹੀ ਹਵਾਈ ਉਡਾਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਸਨ। ਕਰਫਿਊ 'ਚ ਢਿੱਲ ਦੇਣ ਤੋਂ ਬਾਅਦ ਘਰੇਲੂ ਉਡਾਨਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਅੱਜ ਅੰਮ੍ਰਿਤਸਰ ਤੋਂ ਪਟਨਾ ਲਈ ਫਲਾਈਟ ਰਵਾਨਾ ਕੀਤੀ ਗਈ। ਇਸ ਮੌਕੇ ਤੇ ਆਪਣੇ ਘਰ ਪਰਤ ਰਹੇ ਮੁਸਾਫਰਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। मैं लुधियाना से आई हूँ, पटना जा रही हूँ। दो महीने से मैं लॉकडाउन में फंसी थी, अब मैं पटना जा रही हूँ। मुझे बहुत खुशी है कि मैं अपने परिवार से मिलूंगी। मैम कौन कौन परिवार का यहाँ पे पहुँचे हुए हैं आपके बच्चे? हम लोग 2 फैमिली हैं, एक ही घर से ही हैं, तो बच्चे साथ में हैं हम लोग के। हाँ तो एक्चुअली हम लोग तो अपने ही घर में थे, अंदर कैद थे, घर में ही है। प्रॉब्लम तो थी, बाहर नहीं निकले हम लोग, लेकिन आज बहुत खुशी हो रही है कि हम लोग अपने घर जा रहे हैं। मैं यहाँ पे स्टूडेंट हूँ सर, बीटेक का। मैं यहाँ पढ़ाई करता हूँ। भाई कहाँ जा रहे हैं आप? सर मैं अभी पटना जा रहा हूँ। लाइक काफ़ी टाइम से यहाँ पे फंसा हुआ था, तो लाइक लॉकडाउन की वजह से। तो अभी सर क्योंकि जैसे मेरे को फर्स्ट फ्लाइट की टिकट मिली, मैंने टिकट बुक कर ली और अब मैं जा रहा हूँ सर। क्योंकि सर लाइक यहाँ पे पहले ही अभी छुट्टी के टाइम होती है, वेकेशंस होते हैं, तो यहाँ पे अभी भी टाइम होता है कि माँ बाप से जाके मिल लो, क्योंकि सर फिर 1 साल तक नहीं हो पाता। तो अभी ऐसा लग रहा था कि पता नहीं मिल पाऊंगा नहीं मिल पाऊंगा। तो अभी जैसे कि गवर्नमेंट के थ्रू ये स्टेप्स लिए गए, फ्लाइट स्टार्ट कर दी गई है, तो सर काफ़ी अच्छा लग रहा है कि उनसे जाकर के मिल पाऊंगा एंड टाइम स्पेंड कर पाऊंगा। ਏਅਰਪੋਰਟ ਦੇ ਡਾਇਰੈਕਟਰ ਮਨੋਜ ਚੰਸੂਰੀਆ ਨੇ ਦੱਸਿਆ ਕਿ ਹਵਾਈ ਯਾਤਰਾ ਕਰਨ ਵਾਲੇ ਮੁਸਾਫਰਾਂ ਲਈ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਕਰੋਨਾ ਨੂੰ ਲੈ ਕੇ ਜਾਰੀ ਹਦਾਇਤਾਂ ਦਾ ਪੂਰਾ ਪਾਲਣ ਕੀਤਾ ਜਾ ਰਿਹਾ ਹੈ। देखिए, हमारे जो दिशा निर्देश हैं उसमें हिसाब से ये है कि हम ज़्यादा से ज़्यादा सोशल डिस्टेंसिंग के नॉर्म्स फॉलो करें, टच फ्री चेक इन, टच फ्री प्रोसेस की तैयारी करें। तो जैसा मैंने आपको यहाँ पे भी जिक्र किया, आप देखेंगे कि हमारे जो एंट्री इनटू द एयरपोर्ट है वो टोटली टच फ्री है। अब आपको अपना कोई भी डॉक्यूमेंट किसी भी व्यक्ति को दिखाना है तो डॉक्यूमेंट वो आपके हाथ से लेता नहीं है, डॉक्यूमेंट आपको कोई देता नहीं, कोई आपको छुएगा नहीं और आप एयरपोर्ट के अंदर एंटर कर सकते हैं। तो दिस इज टच फ्री एंट्रेंस इनटू द एयरपोर्ट। व्हेन यू गो इनसाइड तो टच फ्री चेक इन की भी व्यवस्था है। इसके अलावा जो यात्रियों को निर्देश दिए गए उसके हिसाब से यात्रियों को वेब चेक इन करके आना है, ताकि उनको काउंटर पे भी कोई पेपर्स एक्सचेंज ना करने पड़े। जो बैगेज है, आपको बोला गया है कि बैगेज आप लिमिटेड लाएं, बैगेज आप एक ही बैगेज रजिस्टर्ड लाएं, एक बैगेज आप हैंड बैगेज के रूप में ला सकते हैं। साथ में जो पैसेंजर्स के लिए निर्देश है उसमें ये भी है कि आप मास्क हमेशा पहने रहेंगे, ग्लव्स पहने रहेंगे और सैनिटाइजर अपने साथ लेके चलें। बाकी इस प्रकार की चीज़ें भी हमने यहाँ पे अरेंज करी है। हैंड सैनिटाइजिंग की जगह वो भी है। हमने हैंड वॉश की भी व्यवस्था करी है लोगों के लिए कि लोग बाहर हाथ वॉश भी कर सकें। तो ये अरेंजमेंट्स हैं। ਕਰੋਨਾ ਦੀ ਮਹਾਮਾਰੀ ਤੋਂ ਬਾਅਦ ਆਮ ਲੋਕਾਂ ਦੀ ਜ਼ਿੰਦਗੀ ਪਟੜੀ ਤੇ ਆਉਣੀ ਸ਼ੁਰੂ ਹੋ ਗਈ ਹੈ। ਸਰਕਾਰ ਵੱਲੋਂ ਕਰਫਿਊ 'ਚ ਢਿੱਲ ਦਿੰਦਿਆਂ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਹੈ। ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਹੋਰ ਸਹੂਲਤਾਂ ਵੀ ਜਲਦ ਹੀ ਮੁਹੱਈਆ ਕਰਵਾਈਆਂ ਜਾਣਗੀਆਂ। ਅੰਮ੍ਰਿਤਸਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ, D5 ਚੈਨਲ ਪੰਜਾਬੀ। ਪੰਜਾਬ ਸਣੇ ਪੂਰੇ ਉੱਤਰ ਭਾਰਤ 'ਚ ਤਾਪਮਾਨ 45 ਡਿਗਰੀ ਦੇ ਕਰੀਬ ਪਹੁੰਚ ਚੁੱਕਿਆ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਆਉਣ ਵਾਲੇ ਦਿਨਾਂ 'ਚ ਤਾਪਮਾਨ ਹੋਰ ਵੀ ਵੱਧ ਸਕਦਾ ਹੈ। ਪੇਸ਼ ਹੈ ਰਿਪੋਰਟ। ਪੂਰੇ ਉੱਤਰ ਭਾਰਤ 'ਚ ਗਰਮੀ ਦਾ ਕਹਿਰ ਜਾਰੀ ਹੈ। ਆਉਣ ਵਾਲੇ ਦਿਨਾਂ 'ਚ ਤਾਪਮਾਨ ਹੋਰ ਵੀ ਵੱਧ ਸਕਦਾ ਹੈ। ਜਾਣਕਾਰੀ ਦਿੰਦਿਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਡਾਕਟਰ ਕੇ ਗਿੱਲ ਨੇ ਦੱਸਿਆ ਕਿ ਉੱਤਰ ਭਾਰਤ 'ਚ ਤਾਪਮਾਨ 45 ਡਿਗਰੀ ਦੇ ਕਰੀਬ ਪਹੁੰਚ ਚੁੱਕਿਆ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਹ ਤਾਪਮਾਨ ਹੋਰ ਵੀ ਵਧੇਗਾ।
ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਉੱਤਰੀ ਭਾਰਤ ਪੂਰਾ ਜਿਹੜਾ ਉਹ ਗਰਮੀ ਦੀ ਲਪੇਟ ਦੇ ਵਿੱਚ ਹੈਗਾ ਔਰ ਜਿਹੜਾ ਭਾਰਤ ਮੌਸਮ ਵਿਗਿਆਨ ਵਿਭਾਗ ਵੱਲੋਂ ਇੰਸਟਰਕਸ਼ਨਸ ਵੀ ਜਾਰੀ ਕੀਤੀਆਂ ਗਈਆਂ ਕਿ 24 ਤੋਂ ਲੈ ਕੇ 28 ਮਈ ਤੱਕ ਜਿਹੜਾ ਰੈੱਡ ਅਲਰਟ ਜਾਰੀ ਕੀਤਾ ਗਿਆ, ਜਿਹਦੇ ਨਾਲ ਕਿ ਹੀਟ ਵੇਵ ਕੰਡੀਸ਼ਨਸ ਪਰਸਿਸਟ ਕਰ ਰਹੀਆਂ ਨੇ। ਸੋ ਪੂਰੇ ਉੱਤਰੀ ਭਾਰਤ ਦੇ ਵਿੱਚ ਜਿਵੇਂ ਆਪਾਂ ਦੇਖਦੇ ਹਾਂ ਪੰਜਾਬ, ਹਰਿਆਣਾ, ਇਹ ਸਾਰੀਆਂ ਜਿਹੜੀਆਂ ਸਟੇਟਸ ਨੇ ਇਹਨਾਂ ਦੇ ਵਿੱਚ ਟੈਂਪਰੇਚਰਸ ਜਿਹੜੇ ਆ 45 ਤੱਕ ਪਹੁੰਚ ਚੁੱਕੇ ਹੋਏ ਨੇ। ਸੋ ਜਿਵੇਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਇੱਥੇ ਵੀ ਸਾਡੇ ਕੋਲ ਕੱਲ੍ਹ ਜਿਹੜਾ ਸਾਊਥ ਰੀਜਨ ਹੈਗਾ ਉਹਦੇ ਵਿੱਚ 43 ਡਿਗਰੀ ਤੱਕ ਟੈਂਪਰੇਚਰ ਰਿਕਾਰਡ ਕੀਤਾ ਗਿਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਟੈਂਪਰੇਚਰ ਜਿਹੜਾ ਲਗਾਤਾਰ ਵਧਣ ਦੀ ਸੰਭਾਵਨਾ ਹੀ ਹੈ, ਲੱਗ ਰਹੀ ਹੈ ਕਿ 3-4 ਦਿਨ ਜਿਹੜਾ ਟੈਂਪਰੇਚਰ ਇਸ ਤਰ੍ਹਾਂ ਹੀ ਰਾਈਜ਼ ਕਰੇਗਾ। ਸੋ ਜਿਸ ਤਰ੍ਹਾਂ ਕਿ ਐਮਡੀ ਵੱਲੋਂ ਪ੍ਰੈਡਿਕਸ਼ਨਸ ਨੇ ਕਿ ਹੀਟ ਵੇਵ ਕੰਡੀਸ਼ਨਸ ਕੰਟੀਨਿਊ ਨੇ, ਲੂ ਵਗਣ ਦੇ ਅਸਾਰ ਹੈ ਇਹਨਾਂ ਦਿਨਾਂ ਦੇ ਵਿੱਚ। ਸੋ 47 ਡਿਗਰੀ ਤੱਕ ਵੀ ਜਿਹੜਾ ਟੈਂਪਰੇਚਰ ਹੈ ਉਹ ਪਹੁੰਚ ਸਕਦਾ ਹੈ। ਸੋ ਉਸ ਤੋਂ ਬਾਅਦ ਜਦੋਂ ਆਪਾਂ 29 ਦੀ ਗੱਲ ਕਰਦੇ ਹਾਂ ਤਾਂ ਉਦੋਂ ਥੋੜ੍ਹਾ ਲੱਗ ਰਿਹਾ ਕਿ ਵੈਸਟਰਨ ਡਿਸਟਰਬੈਂਸ ਅਪਰੋਚ ਹੋਣ ਦੇ ਨਾਲ ਥੋੜ੍ਹਾ ਜਿਹਾ ਟੈਂਪਰੇਚਰ ਫਾਲ ਜ਼ਰੂਰ ਕਰੇਗਾ, ਬਟ 28 ਤਰੀਕ ਤੱਕ ਜਿਹੜਾ ਕੰਟੀਨਿਊਸਲੀ ਰਾਈਜ਼ ਟੈਂਪਰੇਚਰ ਹੋਣ ਦੀ ਸੰਭਾਵਨਾ ਹੈਗੀ ਹੈ। ਸੋ ਇਹਨਾਂ ਦਿਨਾਂ ਦੇ ਵਿੱਚ ਜਦੋਂ ਲੂ ਵਗਦੀ ਹੈ, ਟੈਂਪਰੇਚਰਸ ਹਾਈ ਹੁੰਦੇ ਆ ਤਾਂ ਬਹੁਤ ਜ਼ਿਆਦਾ ਜਿਹੜਾ ਆ ਆਮ ਪਬਲਿਕ ਨੂੰ ਜਾਂ ਕਿਸਾਨ ਵੀਰਾਂ ਨੂੰ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਹੈ, ਕਿਉਂਕਿ ਹੀਟ ਵੇਵ ਦੇ ਨਾਲ ਜਿਹੜੀ ਹੀਟ ਸਟ੍ਰੋਕਸ ਨੇ ਉਹਦੀਆਂ ਪ੍ਰੋਬਲਮਸ ਬਹੁਤ ਜ਼ਿਆਦਾ ਉਹਦੇ ਨਾਲ ਸਿਹਤ ਦਾ ਨੁਕਸਾਨ ਹੁੰਦਾ ਹੈ। ਸੋ ਇਹਨਾਂ ਦਿਨਾਂ ਵਿੱਚ ਇਹ ਧਿਆਨ ਰੱਖਿਆ ਜਾਏ ਕਿ ਬਹੁਤ ਜਗ੍ਹਾ ਜ਼ਰੂਰੀ ਕੰਮ ਹੈ ਤਾਂ ਹੀ ਬਾਹਰ ਨਿਕਲਿਆ ਜਾਵੇ, ਨਹੀਂ ਤਾਂ ਇਹਨਾਂ 3-4 ਦਿਨਾਂ ਦੇ ਵਿੱਚ ਬਾਹਰ ਨਿਕਲਣਾ ਅਵੋਇਡ ਕੀਤਾ ਜਾਏ। ਔਰ ਜੇ ਬਹੁਤ ਜ਼ਰੂਰੀ ਕੰਮ ਕਰਕੇ ਨਿਕਲਣਾ ਵੀ ਪਵੇ ਤਾਂ ਸਵੇਰ ਵੇਲੇ ਹੀ ਜਿਹੜਾ ਮਾਰਨਿੰਗ ਆਵਰਸ ਦੇ ਵਿੱਚ ਹੀ ਨਿਕਲ ਕੇ ਆਪਣਾ ਕੰਮ ਕਰ ਲਓ ਜਾਂ ਸ਼ਾਮ ਨੂੰ ਨਿਕਲਿਆ ਜਾਏ। ਜਿਹੜਾ 12 ਤੋਂ 3 ਵਜੇ ਤੱਕ ਦਾ ਟਾਈਮ ਹੈਗਾ ਦਿਨ ਦਾ, ਉਹ ਬਹੁਤ ਹੀ ਜ਼ਿਆਦਾ ਕ੍ਰੂਸ਼ੀਅਲ ਹੁੰਦਾ ਹੈ, ਕਿਉਂਕਿ ਹਾਈ ਇੰਟੈਂਸਿਟੀ ਇਨਸੂਲੇਸ਼ਨ ਜਿਹੜੀ ਹੈ ਧਰਤੀ 'ਤੇ ਜਿਹੜੀਆਂ ਕਿਰਨਾਂ ਪਹੁੰਚਦੀਆਂ ਨੇ, ਸੋ ਉਦੋਂ ਮਤਲਬ ਬਹੁਤ ਟੈਂਪਰੇਚਰ ਰਾਈਜ਼ ਕਰਦਾ ਤਾਂ ਉਦੋਂ ਨਿਕਲਣਾ ਬਾਹਰ ਜਿਹੜਾ ਅਵੋਇਡ ਕੀਤਾ ਜਾਏ। ਸੋ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਕਿ ਗਰਮੀ ਦੇ ਨਾਲ ਹੀਟ ਵੇਵ ਜਾਂ ਲੂ ਦੇ ਲੱਛਣ ਨੇ, ਉਹਦੇ ਨਾਲ ਸਿਰ ਦਰਦ ਹੁੰਦਾ ਆ ਜਾਂ ਬੁਖਾਰ ਵੀ ਕਿਸੇ ਦਾ ਬੁਖਾਰ ਵੀ ਚੜ੍ਹਦਾ ਆ ਜਾਂ ਫਿਰ ਉਹਦੇ ਨਾਲ ਉਲਟੀ ਆਉਂਦੀ ਆ, ਦਸਤ ਦੀ ਪ੍ਰੋਬਲਮ ਆਉਂਦੀ ਹੈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਬੇਚੈਨੀ ਹੁੰਦੀ ਹੈ, ਸਾਹ ਦੇ ਵਿੱਚ ਵੀ ਕਈਆਂ ਨੂੰ ਪ੍ਰੋਬਲਮ ਆਉਂਦੀ ਹੈ, ਸੋ ਉਹਨਾਂ ਦਿਨਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ। ਸੋ ਇਸ ਨੂੰ ਅਵੋਇਡ ਕਰਨ ਦੇ ਲਈ ਇਹ ਚਾਹੀਦਾ ਕਿ ਬਾਰ-ਬਾਰ ਤੁਸੀਂ ਪਾਣੀ ਪੀਂਦੇ ਰਹੋ, ਜਿਸ ਤਰ੍ਹਾਂ ਕਿ ਕੋਈ ਲੱਸੀ ਹੈ ਜਾਂ ਨਿੰਬੂ ਪਾਣੀ ਹੈ ਜਾਂ ਕੋਈ ਆਰਓ ਦਾ ਜਿਹੜਾ ਘੋਲ ਹੈ ਉਹ ਪੀਂਦੇ ਰਹੋ, ਤਾਂ ਕਿ ਜਿਹੜਾ ਤੁਹਾਡੀ ਡੀਹਾਈਡਰੇਸ਼ਨ ਦੀ ਪ੍ਰੋਬਲਮ ਕੋਈ ਨਾ ਰਹੇ। ਸੋ ਉਹਦੇ ਨਾਲ ਆਪਾਂ ਆਪਣਾ ਬਚਾਅ ਕਰ ਸਕਦੇ ਹਾਂ। ਡਾਕਟਰ ਕੇ ਗਿੱਲ ਵੱਲੋਂ ਲੋਕਾਂ ਨੂੰ ਬਿਨਾਂ ਕੰਮ ਤੋਂ ਘਰੋਂ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਵੀ ਆਪਣੇ ਕੰਮ ਧੰਦੇ ਸਵੇਰੇ ਜਾਂ ਸ਼ਾਮ ਨੂੰ ਹੀ ਨਿਬੇੜਨ ਲਈ ਕਿਹਾ ਹੈ। ਖਾਸ ਕਰ 12 ਤੋਂ 3 ਵਜੇ ਤੱਕ ਘਰੋਂ ਬਾਹਰ ਨਿਕਲਣਾ ਸਿਹਤ ਦੇ ਲਈ ਖਤਰਨਾਕ ਹੋ ਸਕਦਾ ਹੈ। ਲੁਧਿਆਣਾ ਤੋਂ ਰਜਿੰਦਰ ਅਰੋੜਾ ਦੀ ਰਿਪੋਰਟ, D5 ਚੈਨਲ ਪੰਜਾਬੀ। ਮੁਸਲਿਮ ਧਰਮ 'ਚ ਪਵਿੱਤਰ ਮੰਨੇ ਜਾਣ ਵਾਲੇ ਰਮਜ਼ਾਨ ਦੇ ਮਹੀਨੇ ਤੋਂ ਬਾਅਦ ਦੁਨੀਆ ਭਰ 'ਚ ਈਦ ਉਲ ਫਿਤਰ ਦਾ ਤਿਉਹਾਰ ਉਤਸ਼ਾਹ ਦੇ ਨਾਲ ਮਨਾਇਆ ਗਿਆ। ਕਰੋਨਾ ਕਾਰਨ ਮੁਸਲਿਮ ਭਾਈਚਾਰੇ ਵੱਲੋਂ ਘਰਾਂ 'ਚ ਹੀ ਨਮਾਜ਼ ਅਦਾ ਕੀਤੀ ਗਈ। ਇਸ ਮੌਕੇ ਤੇ ਗੁਰਦਾਸਪੁਰ ਦੇ ਕਾਦੀਆਂ 'ਚ ਵੀ ਗਲੀਆਂ ਅਤੇ ਮਸਜਿਦਾਂ ਸੁੰਨੀਆਂ ਦਿਖਾਈ ਦਿੱਤੀਆਂ। ਅਹਿਮਦੀਆ ਮੁਸਲਿਮ ਜਮਾਤ ਦੇ ਆਗੂ ਤਨਵੀਰ ਅਹਿਮਦ ਨੇ ਦੱਸਿਆ ਕਿ ਕਰੋਨਾ ਦੇ ਕਾਰਨ ਸਮੁੱਚੇ ਮੁਸਲਿਮ ਭਾਈਚਾਰੇ ਵੱਲੋਂ ਸਰਕਾਰੀ ਹੁਕਮਾਂ ਦੇ ਅਨੁਸਾਰ ਹੀ ਈਦ ਮਨਾਈ ਗਈ ਹੈ। ਦੇਖੋ ਜੀ, ਈਦ ਦਾ ਸੰਦੇਸ਼ ਇਹੀ ਹੈ ਕਿ ਭਾਈਚਾਰਾ ਜਿਹੜਾ ਈਦ ਦਾ ਸੰਦੇਸ਼ ਹੈਗਾ, ਔਰ ਗਰੀਬਾਂ ਦੀ ਮਦਦ ਕਰਨਾ ਈਦ ਦਾ ਸੰਦੇਸ਼ ਹੈ, ਅਤੇ ਭਾਈਚਾਰਕ ਸਾਂਝ ਵਧਾਉਣੀ ਅਤੇ ਗਲੇ ਦੇ ਨਾਲ ਗਲਾ ਮਿਲਾਉਣਾ ਇਹ ਸਾਂਝ ਹੈ। ਇੱਕ ਦੂਜੇ ਦੇ ਨਾਲ ਮੁਹੱਬਤ ਦੇ ਨਾਲ ਰਹਿਣਾ ਇਸ ਈਦ ਦਾ ਸੰਦੇਸ਼ ਹੈ। ਇਹ ਈਦ ਦਾ ਸੰਦੇਸ਼ ਇਹ ਦਿੰਦਾ ਹੈ ਕਿ ਤੁਸੀਂ ਪੂਰੇ ਦੇਸ਼ ਵਾਸੀਆਂ ਨੇ ਔਰ ਜਿੱਥੇ ਤੁਸੀਂ ਰਹਿੰਦੇ ਹੋ ਉਸ ਦੇ ਕਾਨੂੰਨ ਨੂੰ ਫੋਲੋ ਕਰਨਾ ਹੈ ਅਤੇ ਆਪਣੇ ਭਾਈਚਾਰੇ ਨੂੰ, ਆਪਣੇ ਗਰੀਬਾਂ ਨੂੰ ਆਪਣੇ ਗਲੇ ਲਗਾਉਣਾ ਅਤੇ ਉਹਨਾਂ ਦੀ ਮਦਦ ਕਰਨੀ ਹੈ। ਜਿਵੇਂ ਅੱਜ ਦੇ ਹਾਲਾਤ ਨੇ, ਕੁਆਰੰਟਾਈਨ ਕਰਕੇ ਮਜ਼ਦੂਰਾਂ ਨੂੰ ਦਿਹਾੜੀ ਨਹੀਂ ਮਿਲ ਰਹੀ, ਅਤੇ ਸਾਡਾ ਇਸਲਾਮ ਉਹਨੂੰ ਇਹ ਸੰਦੇਸ਼ ਦਿੰਦਾ ਹੈ ਕਿ ਉਹਨਾਂ ਦੀ ਜਿਹੜੀ ਹੈ, ਉਹਨਾਂ ਦੀ ਹਾਲਾਤਾਂ ਦੇ ਉੱਪਰ ਉਹਨਾਂ ਦਾ ਸਾਥ ਦਿੱਤਾ ਜਾਏ ਹਰ ਹਾਲ ਦੇ ਵਿੱਚ, ਚਾਹੇ ਉਹ ਖਾਣੇ ਦਾ ਹੋਵੇ ਜਾਂ ਉਹਨਾਂ ਦੀ ਮਾਲੀ ਮਦਦ ਦਾ ਹੋਵੇ ਜਾਂ ਬਿਮਾਰੀ ਦੇ ਹਾਲਾਤ ਦੇ ਵਿੱਚ ਉਹਨਾਂ ਨੂੰ ਦਵਾਈਆਂ ਦਾ ਹੋਵੇ। ਅਤੇ ਮੈਂ ਸਾਰੇ ਆਪਣੇ ਮੁਸਲਮਾਨ ਭਾਈਚਾਰੇ ਨੂੰ ਇਹ ਸੰਦੇਸ਼ ਦੇਵਾਂ ਕਿ ਵੱਧ ਤੋਂ ਵੱਧ ਆਪਣਾ ਜਿਹੜਾ ਈਦ ਉਲ ਫਿਤਰਾ ਹੈ, ਉਸ ਬਿਮਾਰੀ ਦੇ ਜਿਹੜੇ ਲੋਕ ਸ਼ਿਕਾਰ ਹੋਏ ਨੇ ਉਹਨਾਂ ਦੇ ਵਾਸਤੇ ਕੀਤਾ ਜਾਵੇ। ਕਾਦੀਆਂ ਵਿੱਚ ਵੈਸੇ ਤਾਂ ਈਦ ਬਾਰੇ ਹੁਕਮ ਹੈ ਕਿ ਈਦਗਾਹ ਦੇ ਵਿੱਚ ਜਾਂ ਮਸਜਿਦ ਦੇ ਸਾਰੇ ਸ਼ਹਿਰ ਦੇ ਲੋਕ ਇਕੱਠੇ ਹੋ ਕੇ ਨਮਾਜ਼ ਪੜ੍ਹਨ, ਪਰ ਚੂੰਕਿ ਲਾਕਡਾਊਨ ਦੀ ਵਜ੍ਹਾ ਨਾਲ, ਕਰੋਨਾ ਵਾਇਰਸ ਦੀ ਵਜ੍ਹਾ ਨਾਲ ਗੌਰਮੈਂਟ ਵੱਲੋਂ ਇਹ ਤਾਕੀਦ ਕੀਤੀ ਗਈ ਹੈ ਕਿ ਮਸਜਿਦਾਂ ਦੇ ਵਿੱਚ ਨਮਾਜ਼ ਅਦਾ ਨਹੀਂ ਕਰਨੀ। ਇਸ ਵਾਸਤੇ ਜਮਾਤ ਅਹਿਮਦੀਆ ਦੇ ਇਮਾਮ ਵੱਲੋਂ ਹੁਕਮ ਹੈ ਕਿ ਬਿਲਕੁਲ ਮਸਜਿਦ ਵਿੱਚ ਈਦ ਅਦਾ ਨਹੀਂ ਕਰਨੀ, ਔਰ ਜਿਸ ਤਰ੍ਹਾਂ ਗੌਰਮੈਂਟ ਦੀ ਹਦਾਇਤ ਦਾ ਹੁਕਮ ਹੈ ਉਹਦੀ ਪਾਲਣਾ ਕਰਨੀ ਹੈ। ਚੁਨਾਚੇ ਗੌਰਮੈਂਟ ਦੀ ਹਦਾਇਤ ਦੇ ਮੁਤਾਬਿਕ ਅੱਜ ਘਰਾਂ ਦੇ ਵਿੱਚ ਈਦ ਅਦਾ ਕੀਤੀ ਗਈ। ਹਰ ਘਰ ਦੇ ਵਿੱਚ ਮੈਂ ਸਮਝਣਾ ਜਾਂ ਜ਼ਿਆਦਾ 1-2 ਘਰ ਮਿਲ ਗਏ ਹੁਣ, ਲੱਗੇ ਗੁਆਂਢੀ ਰਿਸ਼ਤੇਦਾਰ ਜਿਹੜੇ ਨੇ ਜ਼ਿਆਦਾ ਇੰਨਾ ਹੀ ਹੈ।
ਵੈਸੇ ਹਰ ਘਰ ਦੇ ਵਿੱਚ ਨਮਾਜ਼ ਈਦ ਅਦਾ ਕੀਤੀ ਗਈ ਹੈ ਔਰ ਖੁਸ਼ੀਆਂ ਮਨਾਈਆਂ ਗਈਆਂ ਨੇ। ਬਹਰਹਾਲ ਅਸਲ ਤਾਂ ਇਹ ਹੈ ਕਿ ਜਿਸ ਤਰ੍ਹਾਂ ਗੌਰਮੈਂਟ ਕਹੇ ਉਹਦੇ ਮੁਤਾਬਕ ਚੱਲਣਾ ਚਾਹੀਦਾ ਹੈ। ਇਸਲਾਮ ਸਾਨੂੰ ਇਹ ਦੱਸਦਾ ਹੈ ਕਿ ਜਿਹੜੇ ਹਾਕਮ ਨੇ ਵਕਤ ਦੇ ਉਹਨਾਂ ਦੀ ਆਗਿਆਕਾਰੀ ਕਰੋ, ਚੰਗੀਆਂ ਗੱਲਾਂ ਦੇ ਵਿੱਚ, ਨੇਕ ਗੱਲਾਂ ਦੇ ਵਿੱਚ ਉਹਨਾਂ ਦੀ ਪੂਰਨ ਆਗਿਆਕਾਰੀ ਕਰੋ। ਤੇ ਬਹਰਹਾਲ ਜਮਾਤ ਦੀ ਆਗਿਆਕਾਰੀ ਕਰ ਰਹੀ ਹੈ, ਇਸ ਵਾਸਤੇ ਨਮਾਜ਼। ਜਾਣ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਦੀਆਂ ਮੁੱਖ ਸੁਰਖੀਆਂ ਤੇ। ਹਾਕੀ ਖਿਡਾਰੀ ਪਦਮ ਸ਼੍ਰੀ ਬਲਬੀਰ ਸਿੰਘ ਸੀਨੀਅਰ ਦਾ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ ਅੰਤਿਮ ਸੰਸਕਾਰ। ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਹੋਇਆ ਸੀ ਦੇਹਾਂਤ। ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਸਣੇ ਵੱਖ-ਵੱਖ ਸਿਆਸੀ ਆਗੂਆਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ। ਸਰਕਾਰ ਵੱਲੋਂ ਘਰੇਲੂ ਹਵਾਈ ਉਡਾਨਾਂ ਦੀ ਸ਼ੁਰੂਆਤ। ਅੰਮ੍ਰਿਤਸਰ ਏਅਰਪੋਰਟ ਤੋਂ ਪਟਨਾ ਲਈ ਫਲਾਈਟ ਹੋਈ ਰਵਾਨਾ। ਲਾਕਡਾਊਨ ਕਾਰਨ ਪੰਜਾਬ 'ਚ ਫਸੇ ਮੁਸਾਫਰਾਂ ਨੇ ਕੀਤਾ ਖੁਸ਼ੀ ਦਾ ਇਜ਼ਹਾਰ। ਦੁਨੀਆ ਭਰ 'ਚ ਉਤਸ਼ਾਹ ਦੇ ਨਾਲ ਮਨਾਇਆ ਗਿਆ ਈਦ ਉਲ ਫਿਤਰ ਦਾ ਤਿਉਹਾਰ। ਮੁਸਲਿਮ ਭਾਈਚਾਰੇ ਨੇ ਇੱਕ ਦੂਜੇ ਨੂੰ ਦਿੱਤੀ ਵਧਾਈ। ਕਰੋਨਾ ਦੇ ਕਾਰਨ ਮੁਸਲਿਮ ਭਾਈਚਾਰੇ ਨੇ ਘਰਾਂ 'ਚ ਹੀ ਨਮਾਜ਼ ਕੀਤੀ ਅਦਾ। ਇਸ ਬੁਲੇਟਿਨ 'ਚ ਫਿਲਹਾਲ ਇੰਨਾ ਹੀ। ਮੈਨੂੰ ਯਾਨੀ ਧਰਮਿੰਦਰ ਸੰਧੂ ਨੂੰ ਦਿਓ ਇਜਾਜ਼ਤ। ਧੰਨਵਾਦ।